खबर दी एसजीपीसी ਨੂੰ ਵੱਡਾ ਝਟਕਾ ਲੱਗਾ। एचएसजीपीसी ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਸਾਹਮਣੇ ਆਇਆ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਜੋ ਮਾਨਤਾ ਦਿੱਤੀ ਗਈ ਸੀ ਉਸ ਨੂੰ ਬਰਕਰਾਰ ਰੱਖਿਆ ਗਿਆ। ਐਕਟ ਨੂੰ ਚੁਣੌਤੀ ਦੇਣ ਵਾਲੀ ਨਜ਼ਦੀਕੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਤਾਂ ਵੱਡਾ ਝਟਕਾ ਸੀ एसजीपीसी ਨੂੰ ਕਹਿ ਸਕਦੇ ਹਾਂ। एसजीपीसी ਨੇ ਐਕਟ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਪਰ ਫਿਲਹਾਲ ਇਹ ਵੱਡਾ ਫੈਸਲਾ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਦਾ ਸਾਹਮਣੇ ਆਇਆ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਦੱਸਦੇ ਕਿ 2014 ਦੇ ਵਿੱਚ ਜੋ ਐਕਟ ਬਣਾਇਆ ਗਿਆ ਸੀ ਜਿਸ ਨੂੰ ਮਾਨਤਾ ਦਿੱਤੀ ਗਈ ਸੀ ਉਸ ਨੂੰ ਬਰਕਰਾਰ ਰੱਖਿਆ ਗਿਆ। ਐਕਟ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ। एसजीपीसी ਨੇ ਐਕਟ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ। ਹਰਿਆਣਾ ਦੀ ਹੁੱਡਾ ਸਰਕਾਰ ਦੇ ਵੇਲੇ ਦੱਸਦੀ ਕਿ ਐਕਟ ਲਿਆਂਦਾ ਗਿਆ ਸੀ ਔਰ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧਨ ਦੇ ਲਈ ਐਕਟ ਸੀ। ਉਸ ਵੇਲੇ ਇੱਕ ਵੱਡਾ ਕਹਿ ਸਕਦੇ ਆ ਕਿ ਬਵਾਲ ਮਚਿਆ ਸੀ ਔਰ ਜਿਸ ਤਰ੍ਹਾਂ ਦੇ ਨਾਲ ਪ੍ਰਦਰਸ਼ਨ ਹੋਏ ਸਨ, ਤਿੱਖੇ ਪ੍ਰਦਰਸ਼ਨ ਕੀਤੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਪ੍ਰਦਰਸ਼ਨ ਕੀਤੇ ਗਏ ਸਨ। 2014 ਦੇ ਵਿੱਚ ਬਹੁਤ ਵੱਡਾ ਮਸਲਾ ਸੀ ਔਰ ਉਸ ਵੇਲੇ ਇਹ ਮੰਗ ਕੀਤੀ ਜਾ ਰਹੀ ਸੀ ਕਿ ਅਜਿਹਾ ਗਲਤ ਕੀਤਾ ਜਾ ਰਿਹਾ ਕਿਉਂਕਿ एसजीपीसी ਦਾ ਇਹ ਦਾਅਵਾ ਸੀ ਕਿ ਹਰਿਆਣਾ ਦੇ ਜਿਹੜੇ ਗੁਰਦੁਆਰੇ ਨੇ ਉਹਨਾਂ ਦੀ ਦੇਖ-ਰੇਖ ਬਹੁਤ ਵਧੀਆ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ। ਪਰ ਜੇਕਰ ਦੂਸਰੇ ਧੜੇ ਦੀ ਗੱਲ ਕੀਤੀ ਜਾਏ एसजीपीसी ਦਾ ਜੋ ਦਾਅਵਾ ਸੀ ਜਿਹੜੇ ਲੋਕ ਅੱਗੇ ਲੱਗੇ ਹੋਏ ਸਨ, ਅਗਵਾਈ ਕਰ ਰਹੇ ਸਨ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੇ 73 ਗੁਰਦੁਆਰੇ ਨੇ ਉਸ ਵੇਲੇ ਜ਼ਿਕਰ ਸੀ 73 ਗੁਰਦੁਆਰੇ ਨੇ ਹਰਿਆਣਾ ਦੇ ਵਿੱਚ ਤਾਂ ਉਸ ਦਾ 180 ਕਰੋੜ ਰੁਪਏ ਦਾ ਜਿਹੜਾ ਬਜਟ ਹੈ ਜਾਂ ਕਹਿ ਲਈਏ ਕਿ ਜੋ ਮਾਇਆ ਚੜਦੀ ਹੈ ਗੁਰਦੁਆਰਿਆਂ ਦੇ ਵਿੱਚ ਤਾਂ ਉਹ ਜਿਹੜੇ ਨੇ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਵਰਤੋਂ ਹੈ ਉਹ ਨਹੀਂ ਕੀਤੀ ਜਾ ਰਹੀ ਗੁਰਦੁਆਰਿਆਂ ਦੇ ਲਈ। ਸੋ ਇਹ ਸਾਰੇ ਤਰਕ ਦਿੱਤੇ ਗਏ ਸਨ ਤਾਂ ਉਸ ਵੇਲੇ ਨਾਅਰੇਬਾਜ਼ੀ ਵੀ ਹੋਈ ਸੀ, ਪਾਣੀ ਦੀਆਂ ਬੁਛਾੜਾਂ, ਵੱਡੇ ਪ੍ਰਦਰਸ਼ਨ ਵੇਖਣ ਨੂੰ ਮਿਲੇ ਸਨ। ਪਰ ਅੱਜ ਕਹਿ ਸਕਦੇ ਹਾਂ ਕਿ ਇੱਕ ਵੱਡਾ ਫੈਸਲਾ ਇਸ ਦੇ ਬਾਬਤ ਆਇਆ ਔਰ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਚੁਣੌਤੀ ਦਿੱਤੀ ਗਈ ਸੀ ਉਸ ਨੂੰ ਲੈ ਕੇ ਇਹ ਵੱਡਾ ਫੈਸਲਾ ਆਇਆ। एसजीपीसी ਨੂੰ ਇਹ ਵੱਡਾ ਝਟਕਾ ਲੱਗਿਆ। एसजीपीसी ਨੇ ਐਕਟ ਨੂੰ ਸੁਪਰੀਮ ਕੋਰਟ ਦੇ ਵਿੱਚ ਜੋ ਚੁਣੌਤੀ ਦਿੱਤੀ ਸੀ ਕਹਿ ਸਕਦੇ ਹਾਂ ਕਿ ਉਸ ਨੂੰ ਲੈ ਕੇ ਵੱਡਾ ਝਟਕਾ ਲੱਗਦਾ ਹੋਇਆ ਨਜ਼ਰ ਆਇਆ। ਹਰਿਆਣਾ ਦੀ ਹੁੱਡਾ ਸਰਕਾਰ ਵੇਲੇ ਇਹ ਐਕਟ ਲਿਆਂਦਾ ਗਿਆ ਸੀ। राहत है। आज सुप्रीम कोर्ट का एक ऐतिहासिक डिसीजन आया जिसमें हरियाणा को सिखों का जिस हक के लिए वो बहुत दिन से लड़ाई लड़ रहे थे उस हकों की जीत हुई और सुप्रीम कोर्ट ने आज ये कहा है कि जो सिख गुरुद्वारा प्रबंधक कमेटी कांग्रेस की सरकार श्री भूपेंद्र सिंह हुड्डा जी की सरकार जो 2014 में थी उस समय बनाई गई थी उसकी वैलिडिटी को अपहेल्ड किया है, वैलिड करार किया है और जो पटिशन उसको चैलेंज करने के लिए सुप्रीम कोर्ट में 8 साल से यहाँ पे पेंडिंग थी उन सबको डिसमिस किया है। सर क्या फाइंडिंग थी आप लोगों की तरफ से, हरियाणा सरकार की तरफ से क्या कहा गया दलीलों में? पटिशनर ने ये एक्ट को चैलेंज किया था और ये कहा गया था कि हरियाणा सरकार के पास, हरियाणा गवर्नमेंट के पास ऐसी कोई पावर नहीं है कि वो अपनी सिख गुरुद्वारा कमेटी अलग से बना सके, जबकि हरियाणा सरकार और हमारी प्रबंधक कमेटी जिसको मैं रिप्रेजेंट करता हूँ उनकी ये दलील थी कि हरियाणा के पास इसकी पावर है। और 1966 के बाद जब हरियाणा और पंजाब अलग हो गए उसके बाद हरियाणा के पास हमेशा ये पावर रही कि वो अपना एक्ट ला सकें। 2014 तक ये एक्ट नहीं आया और अब 2014 में 66 के बाद इस एक्ट को लाया गया जो कि इसका चैलेंज इस सुप्रीम कोर्ट में पिछले 8 साल से पेंडिंग रहा और आज सुप्रीम कोर्ट ने वो चैलेंज को डिसमिस कर दिया और इस एक्ट को वैलिड करा दिया। ਸੋ ਇਹ ਵੱਡੇ ਤਰਕ ਜਿਹੜੇ ਨੇ ਉਹ ਦਿੱਤੇ ਗਏ ਆ। ਕਹਿ ਲਈਏ ਕਿ ਜੋ ਪਟੀਸ਼ਨ ਦੇ ਵਿੱਚ ਕਿਹਾ ਗਿਆ ਸੋ ਉਸ ਤੋਂ ਬਾਅਦ ਹੁਣ ਇੱਕ ਵੱਡਾ ਝਟਕਾ एसजीपीसी ਨੂੰ ਲੱਗਾ ਕਿਉਂਕਿ ਮਸਲਾ ਸਿਰਫ ਤੇ ਸਿਰਫ ਹੈ ਕਿ ਆਖਰਕਾਰ ਕਿੰਨੇ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਉਹ ਇਸ ਵੇਲੇ एसजीपीसी ਦੇ ਕੋਲ ਹੈ ਤੇ ਜੇਕਰ ਇਹ ਵੱਡਾ ਫੈਸਲਾ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਕਿੰਨੇ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਹੈ ਸੋ ਉਹ ਹੁਣ ਦਿੱਤਾ ਜਾਏਗਾ एचएसजीपीसी ਨੂੰ। एचएसजीपीसी ਦਾ ਜ਼ਿਕਰ ਕਰਦੇ ਆ ਤਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਜੇਕਰ एसजीपीसी ਦਾ ਜ਼ਿਕਰ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੇ ਅੰਡਰ ਹੁਣ ਤੱਕ ਕਹਿ ਸਕਦੇ ਆ ਕਿ ਪੰਜਾਬ ਤੋਂ ਇਲਾਵਾ ਜਿਹੜੇ ਗੁਰਦੁਆਰੇ ਸਨ ਹੋਰ ਤਾਂ ਉਹਨਾਂ ਨੂੰ ਲੈ ਕੇ ਇਹ ਸਾਰਾ 2014 ਦੇ ਵਿੱਚ ਐਕਟ ਲਿਆਂਦਾ ਗਿਆ ਸੀ। ਉਸ ਵੇਲੇ ਵੱਡਾ ਵਿਰੋਧ ਹੋਇਆ ਸੀ ਔਰ ਇਹ ਮੰਗ ਕੀਤੀ ਗਈ ਸੀ। ਸੋ ਸਿਧਾਰਥ ਬਤਰਾ ਐਡਵੋਕੇਟ ਨੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਜੋ ਕਿ एसजीपीसी ਦੇ वकील ने और सर स्वागत है ਤੁਹਾਡਾ न्यूज़ 18 पंजाब पे। तो सबसे पहले आपसे जी ये जानना चाहेंगे कि आज जो ये बड़ा फैसला आया है तो इसके बाद क्या कुछ बदलाव देखने को मिलेगा? सबसे बड़ी बात ये है क्योंकि एसजीपीसी की मांग यही थी कि जो सारे गुरुद्वारा साहिब हैं हरियाणा के तो वो हमारे अंडर आए, हम उनकी देखरेख करेंगे। आज बहुत ही एक ऐतिहासिक दिन है हरियाणा के सिखों के लिए अगर आप मुझसे पूछेंगे और कोई भी ऐसा अगर आप पूछे तो कोई बड़ा चेंज नहीं है। देखो हरियाणा ने भी पावर दी थी सिख समाज को ही कि आप इसको गुरुद्वारों को मैनेज कर सके और पहले एसजीपीसी करती थी तो उसमें फर्क क्या है? एक एसजीपीसी की कमेटी थी जो करती थी, आज हरियाणा की करेगी और हरियाणा के सिख ही इसको मैनेज करेंगे। तो अगर आप मुझसे पूछे तो बहुत बड़ा कोई परिवर्तन नहीं है, पर हाँ
हरियाणा के सिखों को आज राइट मिला है इन गुरुद्वारों को मैनेज करने का, और वो बिल्कुल एज पर लॉ सुप्रीम कोर्ट ने उसको अपहोल्ड किया है और कहा है कि वो वैलिड है। और हरियाणा सरकार 2014 में जब श्री भूपेंद्र सिंह हुड्डा जी चीफ मिनिस्टर थे तो उस समय इस लॉ को लेके आई, और बहुत समय से हरियाणा के सिखों की इस पर डिमांड रही। तो मुझे नहीं लगता कि एसजीपीसी को ऐसा कोई सेटबैक समझना चाहिए या ऐसा कुछ समझना चाहिए। एसजीपीसी पंजाब के गुरुद्वारों को मैनेज करती है, हरियाणा की कमेटी हरियाणा के गुरुद्वारों को मैनेज करेगी। इन गुरुद्वारों को मैनेज करने में किसी भी तरह की कोई पॉलिटिक्स नहीं है, पर गुरुद्वारों को अच्छा बनाने के लिए और गुरुद्वारों की अच्छी देखभाल हो, मेंटेनेंस हो, और जिस ऑब्जेक्ट से ये कमेटी बनी है वो पूर्ण हो, तो आज उसके लिए हरियाणा की जीत हुई है। सर, एक चीज आपसे समझना चाहेंगे, टेक्निकली अगर हम इसको देखें तो क्या कुछ इसमें पॉइंट है? कितने गुरुद्वारे जो पहले प्रबंध देखती थी हरियाणा गुरुद्वारा प्रबंधक कमेटी, और कितने अब और ऐड ऑन हो गए? कह लें कि हम सारे ही गुरुद्वारा हरियाणा के हो गए, अगर इनको नंबर्स में देखें तो 52 गुरुद्वारों को जो कि हरियाणा में गुरुद्वारे हैं, उसमें से 4 गुरुद्वारे अभी तक हरियाणा कमेटी के पास थे, क्योंकि सुप्रीम कोर्ट का 2014 में एक स्टेटस को ऑर्डर पास हो गया था। उस स्टेटस को के ऑर्डर के चलते वो आज तक चला, जो कि आज इस पिटीशन के डिसमिसल के बाद खत्म हो गया। इसके बाद 52 के 52 गुरुद्वारे हरियाणा की गुरुद्वारा कमेटी चलाएगी। और मैं फिर कहना चाहूंगा, क्योंकि इस मामले में कोई डिस्प्यूट नहीं है, आई मीन हरियाणा किसी का कोई भी इसके लिए कोई पट्टा नहीं लिखवा के आया, और हरियाणा अपना लेजिस्लेशन ले आया था, और सुप्रीम कोर्ट ने कहा हरियाणा को पावर है अपना लेजिस्लेशन लाने की। लेकिन सर, अभी एसजीपीसी कह रही कि हम रिव्यू पिटीशन डालेंगे, यानी कि एक और उनको लगता है कि शायद वो डाल सकते हैं रिव्यू पिटीशन, बट फाइनली इस केस को इतने दिन सुना गया, 8 साल से केस लंबित रहा, सुप्रीम कोर्ट ने इसको इतना कंसिडर किया और एक कंसिडर्ड डिसीजन हुआ। मुझे नहीं लगता कि किसी भी तरह से वो रिव्यू पिटीशन में कोई दम है या कोई जान है, और रिव्यू पिटीशन उनका डालना हक है, वो राइट है, वो डाल सकते हैं, बट मुझे नहीं लगता इसमें कोई रिव्यू सुप्रीम कोर्ट इंटरफेयर करेगा। अब वही सवाल था मेरा अगला कि क्या पॉसिबिलिटी है या नहीं है? हालांकि आप दूसरे पक्ष के वकील हैं, लेकिन अगर दूसरे पक्ष से भी देखा जाए, रिव्यू आपको ये जानना पड़ेगा कि रिव्यू कोई अपील नहीं है। रिव्यू तो ये पहले ही कहने लगे रिव्यू डालेंगे, अभी तक ऑर्डर की कॉपी बाहर नहीं आई है। और रिव्यू तो ये तब होता है अगर कोई एरर उस जजमेंट में हो गया है, तो मुझे नहीं लगता कि ऐसा कुछ होने वाला है, और ऐसी कोई रिव्यू कोई सुप्रीम कोर्ट इसको एंटरटेन करने वाला है। ठीक है सर, धन्यवाद न्यूज़ 18 से बात करने के लिए, शुक्रिया। ਤਾਂ ਇਹ ਵੱਡਾ ਫੈਸਲਾ ਜੋ ਸੁਪਰੀਮ ਕੋਰਟ ਦੇ ਵੱਲੋਂ ਸੁਣਾਇਆ ਗਿਆ, ਔਰ ਉਹਨਾਂ ਦੇ ਵਕੀਲ ਦੇ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਸਾਫ਼ ਦੱਸਿਆ ਕਿ ਪਹਿਲਾਂ ਸਿਰਫ 4 ਹੀ ਗੁਰਦੁਆਰੇ ਸਾਹਿਬਾਨ ਸਨ ਹਰਿਆਣਾ ਦੇ ਵਿੱਚ ਜਿਹੜੇ ਮੌਜੂਦ ਸੀ, ਜਿਨ੍ਹਾਂ ਦਾ ਪ੍ਰਬੰਧ HSGPC ਦੇ ਹੇਠਾਂ ਆ ਗਿਆ ਸੀ, ਯਾਨੀ ਕਿ ਉਹਨਾਂ ਦੇ ਵੱਲੋਂ ਹੀ ਸਾਰਾ ਜਿਹੜਾ ਉੱਥੇ ਕੰਮਕਾਰ ਹੈ ਉਹ ਦੇਖਿਆ ਜਾਂਦਾ ਸੀ। ਇਹ ਕਹਿ ਲਈਏ ਕਿ ਜੋ ਵੀ ਪ੍ਰਬੰਧ ਕਰਨੇ ਸਨ, ਨਹੀਂ ਕਰਨੇ ਸਨ, ਸਾਰੀ ਉਹਨਾਂ ਦੀ ਹੀ ਦੇਖ ਰੇਖ ਸੀ। ਪਰ ਹੁਣ 52 ਗੁਰਦੁਆਰਿਆਂ ਦਾ ਜ਼ਿਕਰ ਹੋ ਰਿਹਾ, ਯਾਨੀ ਕਿ ਸਿੱਧੇ ਤੌਰ ਤੇ ਜਿਹੜੇ ਹਰਿਆਣਾ ਦੇ ਗੁਰਦੁਆਰੇ ਨੇ ਉਹ ਸਾਰਿਆਂ ਦਾ ਹੀ ਪ੍ਰਬੰਧ ਹੁਣ HSGPC ਦੇ ਹੇਠਾਂ ਆਏਗਾ, ਜਿਸ ਦੀ ਲਗਾਤਾਰ ਇਹੋ ਕਿਹਾ ਜਾ ਰਿਹਾ ਸੀ। HSGPC ਦਾ ਜੇਕਰ SGPC ਦਾ ਜ਼ਿਕਰ ਕੀਤਾ ਜਾਏ, ਉਹਨਾਂ ਦਾ ਕਹਿਣਾ ਸੀ ਕਿ ਇਸ ਨੂੰ ਢਾਹ ਲੱਗੇਗੀ, ਔਰ ਕਿਉਂਕਿ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਿਰਮੌਰ ਸੰਸਥਾ ਹੈ, ਸਿੱਖਾਂ ਦੀ ਨੁਮਾਇੰਦਗੀ ਵਿਦੇਸ਼ਾਂ ਤੱਕ ਕਰਦੀ ਹੈ। ਤਾਂ ਇਸ ਤਰ੍ਹਾਂ ਦੇ ਤਰਕ ਜਿਹੜੇ ਨੇ ਉਹ ਪਹਿਲਾਂ ਵੀ ਦਿੱਤੇ ਗਏ ਸਨ 2014 ਦੇ ਵਿੱਚ ਵੀ, ਤਾਂ ਹੁਣ ਵੀ ਉਹੀਓ ਬਰਕਰਾਰ ਨੇ। ਉਹਨਾਂ ਦਾ ਕਹਿਣਾ ਕਿ ਇਸੇ ਕਰਕੇ ਉਹ ਸ਼ਾਇਦ ਕਹਿ ਰਹੇ ਨੇ ਕਿ ਰਿਵਿਊ ਪਟੀਸ਼ਨ ਜਿਹੜੀ ਹੈ ਉਹ ਪਾਈ ਜਾਏਗੀ, ਔਰ ਹੁਣ ਇਹ ਵੱਡਾ ਝਟਕਾ ਸੁਪਰੀਮ ਕੋਰਟ ਦੇ ਵੱਲੋਂ ਲੱਗਾ। देश विदेश ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਔਰ ਖਾਸ ਕਰਕੇ ਹਰਿਆਣਾ ਨਿਵਾਸੀ ਸੰਗਤਾਂ ਨੂੰ ਮੈਂ ਅੱਜ ਲੱਖ ਲੱਖ ਮੁਬਾਰਕਾਂ ਵਧਾਈਆਂ ਦਿੰਦਾ ਹਾਂ ਕਿ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਕੀਤਾ ਗਿਆ ਕਿ ਹਰਿਆਣਾ ਦੇ ਵਿਚਲੇ ਇਤਿਹਾਸਕ ਗੁਰਦੁਆਰੇ, ਸਕੂਲ, ਕਾਲਜ, ट्रस्ट बोर्ड, मैडिकल कॉलेज जो भी श्रोमणी गुरुद्वारा प्रबंधक कमेटी के प्रबंध विच चल रहे सन, उन्हां सारियां दा समुच्चा प्रबंध हरियाणा सिख गुरुद्वारा प्रबंधक कमेटी करेगी। सो मैं संगतां नूं लख लख मुबारकां वधाइयां दिंदा हां। समुच्चे हरियाणा सिख गुरुद्वारा प्रबंधक कमेटी के मैंबर साहबानां वल्लों, सारियां संगतां दे वल्लों, और नाल ही मैं शुक्रगुजार हां 10 पातशाहियां दी आत्मक जोत धन धन श्री गुरु ग्रंथ साहब महाराज जी दा, जिन्हां दे कोल नित असीं अरदासां कीतियां ते गुरु ने अरदास प्रवान कीती है कि हरियाणा विचले इतिहासक गुरुद्वारियां गुरधामां दी सेवा संभाल हरियाणा दीयां सिख संगतां नूं मिले। शुक्रगुजार बार बार नमस्कार धन गुरु ग्रंथ साहब सच्चे पातशाह दे चरनां च शुक्रगुजार हां सतगुरां दे। मैं धन्नवाद करना चाहुंदा हां साडे केंद्र दी सरकार, भारत दे प्रधान मंत्री श्री नरेंद्र मोदी जी दा,
ਔਰ ਨਾਲ ਹੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਦਾ ਮੈਂ ਸਮਝਦਾ ਉਹਨਾਂ ਨੇ ਹਰਿਆਣੇ ਦੇ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਹੱਕ ਦਿੱਤਾ ਹੈ। ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ। ਸਾਡੇ ਹਰਿਆਣਾ ਦੇ ਮੁੱਖ ਮੰਤਰੀ ਮਾਨਯੋਗ ਸ੍ਰੀ ਮਨੋਹਰ ਲਾਲ ਖੱਟੜ ਜੀ ਦਾ, ਜਿਨ੍ਹਾਂ ਦੇ ਉਦਮ ਤੇ ਉਪਰਾਲੇ ਹੋਏ, ਜਿਨ੍ਹਾਂ ਦਾ ਪੂਰਾ ਸਹਿਯੋਗ ਰਿਹਾ ਹਰ ਤਰ੍ਹਾਂ ਦੀ ਕਾਨੂੰਨੀ ਲੜਾਈ ਦੇ ਵਿੱਚ। ਉਹਨਾਂ ਨੇ ਆਪਣੇ ਸਰਕਾਰੀ ਵਕੀਲਾਂ ਨੂੰ ਭੇਜਿਆ, ਪੂਰਾ ਸਹਿਯੋਗ ਦਿੱਤਾ। ਮਾਨਯੋਗ ਮੁੱਖ ਮੰਤਰੀ ਹਰਿਆਣਾ ਸ੍ਰੀ ਮਨੋਹਰ ਲਾਲ ਖੱਟੜ ਜੀ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ। ਆਪਣੇ ਵਕੀਲ ਸਹਿਬਾਨਾਂ ਦਾ, ਸਾਡੇ ਜੋ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸ੍ਰੀ ਰਣਜੀਤ ਕੁਮਾਰ ਜੀ, ਜਿਨ੍ਹਾਂ ਨੇ ਬਹੁਤ ਵਧੀਆ ਫਾਈਟ ਦਿੱਤੀ। ਸਾਡੇ ਐਡਵੋਕੇਟ ਔਨ ਰਿਕਾਰਡ ਸ੍ਰੀ ਸਿਧਾਰਥ ਬਤਰਾ ਜੀ ਦਾ ਵੀ ਮੈਂ ਧੰਨਵਾਦ ਕਰਦਾ ਹਾਂ। ਔਰ ਨਾਲ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਤੇ ਜੋ ਹੱਕ ਵਿੱਚ ਦਲੀਲਾਂ ਦਿੱਤੀਆਂ, ਪੰਜਾਬ ਸਰਕਾਰ ਦੇ ਵਕੀਲਾਂ ਦਾ ਵੀ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ। ਪੰਜਾਬ ਸਰਕਾਰ ਦਾ ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਨੇ ਹਰਿਆਣਾ ਕਮੇਟੀ ਦੇ ਹੱਕ ਵਿੱਚ ਫੈਸਲਾ ਦੇਣ ਵਾਸਤੇ, ਹੱਕ ਵਿੱਚ ਲਿਖਣ ਵਾਸਤੇ ਆਪਣੇ ਐਡਵੋਕੇਟ ਜਰਨਲ ਨੂੰ ਭੇਜਿਆ। ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ। ਸਰਦਾਰ ਮਨਜੀਤ ਸਿੰਘ ਖਹਿਰਾ ਜੀ ਦਾ, BS ਸੇਵਕ ਜੀ ਐਡਵੋਕੇਟ, ਗਗਨਦੀਪ ਸਿੰਘ ਉਹਨਾਂ ਦੇ ਸਾਥੀ, ਜਿਨ੍ਹਾਂ ਨੇ ਇਹ ਐਕਟ ਬਣਾਉਣ ਦੇ ਵਿੱਚ ਮਦਦ ਕੀਤੀ ਸੀ। ਮੈਂ ਸਾਰੇ ਹੀ ਮੈਂਬਰ ਸਹਿਬਾਨਾਂ, ਸਾਰੇ ਐਡਵੋਕੇਟ ਸਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ। ਔਰ ਨਾਲ ਹੀ ਸਮੁੱਚੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ, ਜਿਹੜੇ ਅਕਾਲ ਚਲਾਣਾ ਕਰ ਗਏ ਆ, ਸਹਿਯੋਗੀ ਜਿਹੜੇ ਅਕਾਲ ਚਲਾਣਾ ਕਰ ਗਏ, ਜਿਨ੍ਹਾਂ ਨੇ ਸਟਰਗਲ ਕੀਤੀ ਸੀ, ਸੰਘਰਸ਼ ਕੀਤਾ, ਸਾਡਾ ਸਾਥ ਦਿੱਤਾ, ਤੇ ਜਿੰਨੇ ਮੌਜੂਦਾ ਮੈਂਬਰ ਸਹਿਬਾਨ, ਅਹੁਦੇਦਾਰ ਸਹਿਬਾਨ ਨੇ, ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਪੂਰਾ ਸਹਿਯੋਗ ਬਣਾ ਕੇ ਰੱਖਿਆ ਤਾਂ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਆਪਣੀ ਕਾਨੂੰਨੀ ਲੜਾਈ ਲੜ ਸਕੇ। ਸੋ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ, ਉੱਥੇ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਭੁਪਿੰਦਰ ਸਿੰਘ ਹੁੱਡਾ ਜੀ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ ਸੀ, ਜਿਨ੍ਹਾਂ ਨੇ ਇਹ ਕਮੇਟੀ ਬਣਵਾਈ ਸੀ 2014 ਦੇ ਵਿੱਚ। ਉਹਨਾਂ ਦਾ ਵੀ ਮੈਂ, ਉਹਨਾਂ ਦੇ ਸਾਰੇ ਸਾਥੀਆਂ, ਸਹਿਯੋਗੀਆਂ ਦਾ, ਜਿਨ੍ਹਾਂ ਨੇ ਉਪਰਾਲਾ ਕੀਤਾ ਸੀ ਕਿ ਹਰਿਆਣੇ ਦੇ ਸਿੱਖਾਂ ਨੂੰ ਆਪਣਾ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਹੱਕ ਮਿਲੇ। ਪਰ ਉਸ ਵੇਲੇ ਐਕਟ ਤੋਂ ਬਾਅਦ ਅਸੀਂ ਸਾਰੇ ਗੁਰੂ ਘਰਾਂ ਦਾ ਪ੍ਰਬੰਧ ਨਹੀਂ ਸੀ ਸੰਭਾਲ ਸਕੇ। ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਸ੍ਰੀ ਮਨੋਹਰ ਲਾਲ ਖੱਟੜ ਜੀ, ਜਿਨ੍ਹਾਂ ਨੇ ਪੂਰਾ ਉਦਮ ਤੇ ਉਪਰਾਲਾ ਕੀਤਾ, ਹਰਿਆਣੇ ਦੀਆਂ ਸਿੱਖ ਸੰਗਤਾਂ ਦਾ ਪੂਰਾ ਸਹਿਯੋਗ ਦਿੱਤਾ ਕਿ ਇਹ ਜਿਹੜਾ ਫੈਸਲਾ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਦਿੱਤਾ। ਆਓ ਹਰਿਆਣਾ ਵਾਸੀਓ, ਅੱਜ ਖੁਸ਼ੀਆਂ ਦਾ ਸਮਾਂ, ਲੱਡੂ ਵੰਡੋ, ਅਰਦਾਸਾਂ ਕਰੋ ਗੁਰੂ ਦੇ ਚਰਨਾਂ 'ਚ। ਦੁਨੀਆ ਭਰ 'ਚ ਇਸ ਕਮੇਟੀ ਦੀਆਂ ਸਹਿਯੋਗੀ ਸੰਗਤਾਂ ਦੇਸ਼ ਵਿਦੇਸ਼ ਦੇ ਅੰਦਰ ਅੱਜ ਲੱਡੂ ਵੰਡ ਕੇ ਖੁਸ਼ੀਆਂ ਮਨਾਉਣ। ਮੈਂ ਸਾਰਿਆਂ ਦਾ, ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ। ਉਹਨਾਂ ਨੇ ਹਮੇਸ਼ਾ ਸਹਿਯੋਗ ਬਣਾਈ ਰੱਖਿਆ ਤਾਂ ਕਿ ਸਾਡੀ ਗੱਲ ਸੰਗਤਾਂ ਤੱਕ ਪਹੁੰਚਦੀ ਰਹੀ। ਸੰਗਤਾਂ ਦਾ ਬੜਾ ਸਾਥ ਰਿਹਾ। ਸਮੁੱਚੇ ਸਟਾਫ ਦਾ, ਮੁਲਾਜ਼ਮਾਂ ਦਾ ਵੀ ਧੰਨਵਾਦ ਕਰਦਾ, ਜਿਨ੍ਹਾਂ ਦਾ ਸਹਿਯੋਗ ਰਿਹਾ, ਸਾਥ ਰਿਹਾ, ਤੇ ਅਸੀਂ ਇੱਥੋਂ ਤੱਕ ਪਹੁੰਚੇ ਹਾਂ। ਸੋ ਅੱਜ ਇੱਕ ਵਾਰ ਫੇਰ ਜਿੱਥੇ ਮੈਂ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਹਾਂ, ਸੰਗਤਾਂ ਦਾ ਸ਼ੁਕਰਗੁਜ਼ਾਰ ਹਾਂ, ਉੱਥੇ ਮਾਨਯੋਗ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਸਾਹਿਬ ਦਾ, ਗ੍ਰਹਿ ਮੰਤਰੀ ਸਾਹਿਬ ਦਾ, ਔਰ ਸਾਡੇ ਖਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਹਰਿਆਣਾ, ਉਹਨਾਂ ਦਾ, ਜਿੰਨੇ ਵੀ ਸਾਰੇ ਸਹਿਯੋਗੀ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ, ਚਾਹੇ ਉਹ ਧਾਰਮਿਕ, ਰਾਜਨੀਤਿਕ ਆਗੂ ਸਾਹਿਬਾਨ, ਅਫਸਰ ਸਾਹਿਬਾਨ, ਮੁਲਾਜ਼ਮ ਸਾਹਿਬਾਨ, ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ। ਮੈਂ ਸਮਝਦਾ ਕਿ ਮੈਂ ਬਹੁਤ ਸਾਰੇ ਨਾਂ ਲੈਣੋਂ ਰਹਿ ਗਿਆ। ਸਾਰੇ ਸੰਤ ਮਹਾਂਪੁਰਸ਼ਾਂ ਦਾ ਵੀ ਧੰਨਵਾਦ ਕਰਦਾ, ਜਿਨ੍ਹਾਂ ਦਾ ਸਹਿਯੋਗ ਰਿਹਾ। ਮੈਂ ਬਹੁਤ ਸਾਰੇ ਨਾਂ ਲੈਣੋਂ ਰਹਿ ਗਿਆ, ਮੈਂ ਉਹਨਾਂ ਤੋਂ ਖਿਮਾ ਚਾਹੁੰਦਾ। ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਸਾਰਿਆਂ ਦਾ ਵਿਸ਼ੇਸ਼ ਕਰਕੇ ਜਿਹੜਾ ਹੈ ਉਹ ਧੰਨਵਾਦ ਕਰਾਂਗੇ। ਔਰ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਫੈਸਲਾ ਮਾਨਯੋਗ ਸੁਪਰੀਮ ਕੋਰਟ ਨੇ ਦਿੱਤਾ ਹੈ ਕਿ ਇੱਥੇ ਹਰਿਆਣਾ ਵਿਚਲੇ ਸਾਰੇ ਗੁਰਦੁਆਰੇ, ਇਤਿਹਾਸਕ 52 ਗੁਰਦੁਆਰੇ ਜਿਹੜੇ ਗੁਰਦੁਆਰਾ ਐਕਟ ਦੇ ਵਿੱਚ ਆ, ਔਰ ਬਾਕੀ ਜੋ ਸਕੂਲ, ਕਾਲਜ, ਟਰਸਟ ਨੇ, ਬੋਰਡ ਨੇ, ਉਹਨਾਂ ਸਾਰਿਆਂ ਦਾ ਪ੍ਰਬੰਧ ਜਿਹੜਾ, ਉਹਨਾਂ ਦੀ ਸੇਵਾ ਸੰਭਾਲ ਜਿਹੜੀ ਆ ਉਹ ਹਰਿਆਣਾ ਦੀਆਂ ਸੰਗਤਾਂ ਕਰਨਗੀਆਂ। ਸੋ ਇਹ ਸਾਨੂੰ ਵੱਡੀ ਜ਼ਿੰਮੇਵਾਰੀ ਜਿਹੜੀ ਆ ਗੁਰੂ ਦੀ ਬਖਸ਼ਿਸ਼ ਸਦਕਾ ਮਿਲੀ। ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਸੇਵਾਵਾਂ ਨੂੰ ਨਿਭਾਉਣ ਦਾ ਯਤਨ ਕਰਾਂਗੇ। ਗੁਰੂ ਕਿਰਪਾ ਕਰੇ ਪਿਛਲੇ 2 ਸਾਲਾਂ ਤੋਂ ਜਦੋਂ ਤੋਂ ਮੁੱਖ ਸੇਵਾਦਾਰੀ ਸੰਭਾਲੀ, ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾਵਾਂ ਕਰ ਰਹੇ ਹਾਂ। ਚੜ੍ਹਦੀ ਕਲਾ ਦੇ ਨਾਲ ਗੁਰੂ ਦੀ ਕਿਰਪਾ ਸਦਕਾ ਅੱਗੇ ਵੀ ਅਸੀਂ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਤੁਹਾਡੇ ਸਹਿਯੋਗ ਨਾਲ ਗੁਰੂ ਦੀ ਕਿਰਪਾ ਦੇ ਸਦਕਾ ਜਾਰੀ ਰੱਖਾਂਗੇ। ਆਓ ਸਾਰੇ ਦੇਸ਼, ਕੌਮ, ਧਰਮ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਕਰੀਏ। ਆਪਸੀ ਭਾਈਚਾਰੇ, ਪਿਆਰ, ਇਤਫਾਕ ਦੇ ਨਾਲ
ਤਾਂ ਕਿ ਖਾਲਸੇ ਦੀ ਚੜ੍ਹਦੀ ਕਲਾ ਹੋਵੇ, ਭਾਈਚਾਰਾ ਪਿਆਰ ਤੇ ਇਤਫਾਕ ਬਣਿਆ ਰਹੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਭੁੱਲਾਂ ਚੁੱਕਾਂ ਦੀ ਖਿਮਾ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ। ਅੱਜ ਸੁਪਰੀਮ ਕੋਰਟ ਨੇ ਜੋ ਇਹ ਫੈਸਲਾ ਦਿੱਤਾ ਕਿ ਹਰਿਆਣਾ ਦੀ ਵੱਖਰੀ ਕਮੇਟੀ ਹੋਗੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਇੱਕ ਬਹੁਤ ਹੀ ਸ਼ਲਾਘਾਯੋਗ ਫੈਸਲਾ। ਮੈਂ ਦੇਸ਼ ਭਰ ਦੇ ਸਿੱਖਾਂ ਨੂੰ ਦੱਸਣਾ ਚਾਹੁੰਦਾ, ਇਹਦੇ ਨਾਲ ਇੱਕ ਵੱਖਰੀ ਤਾਕਤ ਮਿਲੂਗੀ ਹੁਣ ਹਰਿਆਣਾ ਦੇ ਸਿੱਖਾਂ ਨੂੰ। ਜਿਸ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਪੂਰੀ ਦੁਨੀਆ 'ਚ ਜਾਣੀ ਜਾਂਦੀ ਹੈ, ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਪੂਰੀ ਦੁਨੀਆ 'ਚ ਜਾਣੀ ਜਾਂਦੀ ਹੈ, ਤਖਤ ਸ੍ਰੀ ਹਜੂਰ ਸਾਹਿਬ ਦੀ ਕਮੇਟੀ ਵੀ ਪੂਰੀ ਦੁਨੀਆ 'ਚ ਜਾਣੀ ਜਾਂਦੀ ਹੈ। ਹਰਿਆਣਾ ਅਣਗੌਲਿਆ ਗਿਆ ਸੀ, ਹਰਿਆਣਾ ਦੀ ਲੀਡਰਸ਼ਿਪ ਵੀ ਉੱਭਰ ਰਹੀ ਸੀ। ਹਰਿਆਣਾ ਦੇ ਸਿੱਖ ਮਸਲੇ ਵੀ ਜਿਹੜੇ ਸੀਗੇ ਉਹ ਪੰਜਾਬ ਦੇ ਤੱਕ ਸੀਮਿਤ ਰਹਿ ਜਾਂਦੇ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੱਲ ਕਰੇ ਤੇ ਕਰੇ, ਨਹੀਂ ਕਰੇ ਤੇ ਹਰਿਆਣਾ ਦੇ ਸਿੱਖ ਉਲਝਣ 'ਚ ਰਹਿ ਜਾਂਦੇ ਸੀ। ਸੋ ਅੱਜ ਹਰਿਆਣਾ ਦੇ ਸਿੱਖਾਂ ਨੂੰ ਇੱਕ ਵੱਖਰੀ ਤਾਕਤ ਮਿਲੀ ਆ, ਔਰ ਮੈਂ ਇਸ ਗੱਲ ਦੀ ਵਧਾਈ ਹਰਿਆਣਾ ਦੇ ਸਿੱਖਾਂ ਨੂੰ ਦਿੰਦਾ ਹੈ ਜਿਨ੍ਹਾਂ ਨੇ ਲੜ ਕੇ ਇਹ ਤਾਕਤ ਲਈ ਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੈਸੇ ਤੇ ਖੁਦ ਤਾਕਤ ਨੂੰ ਦੇਣੀ ਚਾਹੀਦੀ ਸੀ ਕਿ ਆ ਤੁਹਾਡਾ ਹੱਕ ਆ, ਤੁਸੀਂ ਆਪਣੀ ਕਮੇਟੀ ਵੱਖਰੀ ਬਣਾਓ ਔਰ ਸਾਡੀ ਸਰਪ੍ਰਸਤੀ ਨੂੰ ਮੰਨੋ। ਅਸੀਂ ਵੀ ਸਰਪ੍ਰਸਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਨਦੇ ਰਹੇ ਹਾਂ ਦਿੱਲੀ 'ਚ। ਅੱਜ ਦੇ ਮੌਜੂਦਾ ਪ੍ਰਧਾਨ ਵੀ ਉਹਨਾਂ ਦੀ ਹੀ ਸਰਪ੍ਰਸਤੀ ਮੰਨਦੇ ਆ। ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਮੰਨਣਾ ਹਰ ਸਿੱਖ ਦਾ ਫਰਜ਼ ਬਣਦਾ ਹੈ, ਪਰ ਬਾਕੀ ਸਿੱਖ ਜਿਹੜੇ ਆ ਸੂਬਿਆਂ 'ਚ ਖੁਦ ਮੁਖਤਿਆਰ ਹੋਣ, ਇਹ ਫਰਜ਼ ਸ਼੍ਰੋਮਣੀ ਅਕਾਲੀ ਦਲ ਦਾ ਬਣਦਾ ਸੀ, ਜਿਨ੍ਹਾਂ ਨੇ ਹਮੇਸ਼ਾ ਸਾਨੂੰ ਅਣਗੌਲਿਆ ਕੀਤਾ ਹੈ। ਸਾਡਾ ਤਾਂ ਸਵਾਗਤ ਤੇ ਧੰਨਵਾਦ ਕੀਤਾ ਜਾ ਰਿਹਾ ਹੈ ਐਸਜੀਪੀਸੀ ਦੇ ਹੱਕ ਦੇ ਵਿੱਚ ਆਏ ਇਸ ਫੈਸਲੇ ਦਾ। ਤਾਂ ਉਧਰ ਨਿਊਜ਼ 18 ਤੇ ਐਸਜੀਪੀਸੀ ਦਾ ਵੱਡਾ ਬਿਆਨ ਆਇਆ। फैसले के खिलाफ रिव्यू पटीशन पावेगी एसजीपीसी। उन्होंने वालों बयान दिता गया, उन्होंने गलबात की न्यूज़ 18 के नाल, जिस मौके ते उन्होंने दस्या कि रिव्यू पटीशन पावांगे क्योंकि उन्होंने लगता है कि ये जिहड़ी एचएसजीपीसी वक्रे तौर पर जो कमेटी है वो नहीं होनी चाहिए। उन्होंने वक्खो वक्ख अपने तर्क ने एसजीपीसी का खास तौर पर इत्थे कहना है कि हुण रिव्यू पटीशन पाई जाएगी, केंद्र सरकार तक भी असी पहुंच करांगे, ये भी उन्होंने कहा और सुप्रीम कोर्ट के फैसले ते मुड़ विचार किए जाने की मंग करेगी। दस दईए कि एसजीपीसी सिक्खां दी ਵੱਡੀ ਸੰਸਥਾ ਤੇ ਸ਼ਕਤੀ ਆ, ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਔਰ ਦੁਨੀਆ ਭਰ ਦੇ ਵਿੱਚ ਐਸਜੀਪੀਸੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ। ਇਸ ਫੈਸਲੇ ਦੇ ਨਾਲ ਸਿੱਖਾਂ ਦੇ ਵਿੱਚ ਵੰਡੀ ਪਵੇਗੀ, ਚੰਗਾ ਮਾਹੌਲ ਪੈਦਾ ਨਹੀਂ ਹੋਏਗਾ, ਇਹ ਵੀ ਉਹਨਾਂ ਨੇ ਤਰਕ ਦਿੱਤਾ ਹੈ, ਵੀ ਉਹਨਾਂ ਨੇ ਬਿਆਨ ਦਿੱਤਾ। ਹਰਿਆਣਾ ਦੇ ਗੁਰਦੁਆਰਿਆਂ ਦੀ ਆਮਦਨ ਤੋਂ ਕਿਤੇ ਵੱਧ ਉਹਨਾਂ ਨੂੰ ਬਜਟ ਦਿੱਤਾ ਜਾਂਦਾ ਹੈ, ਤਾਂ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿਉਂਕਿ ਮਸਲਾ ਕਿਤੇ ਨਾ ਕਿਤੇ ਆਮਦਨ ਦਾ, ਬਜਟ ਦਾ ਔਰ ਜੋ ਪ੍ਰਬੰਧ ਕੀਤੇ ਜਾਂਦੇ ਨੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਦਾ ਸੀ ਕਿ ਆਖਰਕਾਰ ਉਸ ਪੁਖਤਾ ਪ੍ਰਬੰਧਾਂ ਦੇ ਨਾਲ ਜਿਹੜਾ ਉਹ ਨਹੀਂ ਚਲਾਇਆ ਜਾ ਰਿਹਾ ਹਰਿਆਣਾ ਦੇ ਗੁਰਦੁਆਰਿਆਂ ਨੂੰ, ਜੋ ਪਹਿਲਾਂ ਵੀ ਤਰਕ ਦਿੱਤੇ ਜਾਂਦੇ ਸੀ ਤਾਂ ਹੁਣ ਵੀ। ਪਰ ਐਸਜੀਪੀਸੀ ਦਾ ਇਹ ਬਿਆਨ ਤਾਂ ਉਧਰ ਨਿਊਜ਼ 18 ਤੇ ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਹੁੱਡਾ ਦਾ ਵੀ ਵੱਡਾ ਬਿਆਨ ਆਇਆ ਕਿ ਇਹ ਮਾਮਲਾ ਸਿਆਸੀ ਨਹੀਂ ਧਾਰਮਿਕ ਹੈ, ਇਹ ਗੁਰਦੁਆਰਿਆਂ ਦੀ ਆਮਦਨੀ ਦਾ ਮਾਮਲਾ ਹੈ। ਸੋ ਇਹ ਬਿਆਨ ਉਹਨਾਂ ਦਾ ਆਇਆ ਸਾਹਮਣੇ। ਭੁਪਿੰਦਰ ਹੁੱਡਾ ਜਿਨ੍ਹਾਂ ਦੇ ਵੱਲੋਂ ਐਕਟ, ਜਿਨ੍ਹਾਂ ਦੀ ਸਰਕਾਰ ਵੇਲੇ ਐਕਟ ਬਣਾਇਆ ਗਿਆ ਸੀ, ਇਹ ਮਾਮਲਾ ਸਿਆਸੀ ਨਹੀਂ ਧਾਰਮਿਕ ਹੈ। ਉਹਨਾਂ ਦਾ ਇਹ ਕਹਿਣਾ ਹੈ ਇਹ ਗੁਰਦੁਆਰਿਆਂ ਦੀ ਆਮਦਨੀ ਦਾ ਮਾਮਲਾ ਸੀ, ਯਾਨੀ ਕਿ ਜੋ ਆਮਦਨ ਗੁਰਦੁਆਰੇ ਸਾਹਿਬਾਨਾਂ ਨੂੰ ਹੁੰਦੀ ਹੈ, ਕਿੰਨੀ ਕੁ ਜਿਹੜੀ ਗੁਰਦੁਆਰੇ ਸਾਹਿਬਾਨਾਂ ਤੇ ਲਗਾਈ ਜਾਂਦੀ ਹੈ, ਇਸ ਦਾ ਉਹ ਮਾਮਲਾ ਸੀ। ਉਹਨਾਂ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ। ਖਾਸ ਤੌਰ ਤੇ ਦੱਸਦੀ ਕਿ ਵੱਖੋ-ਵੱਖ ਰਿਐਕਸ਼ਨਸ ਇਸ ਤੇ ਆ ਰਹੇ ਨੇ ਜੋ ਇਹ ਫੈਸਲਾ ਵੱਡਾ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ। ਸੋ ਜਿਸ ਤੋਂ ਬਾਅਦ ਰਿਐਕਸ਼ਨ ਆਏ ਨੇ ਤਾਂ ਭੁਪਿੰਦਰ ਹੁੱਡਾ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ ਕਿਸੇ ਸਿਆਸੀ ਮਨਸ਼ਾ ਦੇ ਨਾਲ ਐਕਟ ਨਹੀਂ ਲਿਆਂਦਾ ਗਿਆ ਸੀ। ਹੁੱਡਾ ਸਰਕਾਰ ਵੇਲੇ ਇਹ ਐਕਟ ਦੱਸ ਦਈਏ ਕਿ ਲਿਆਂਦਾ ਗਿਆ ਸੀ। ਤਾਂ ਲਗਾਤਾਰ ਖਬਰਾਂ ਤੇ ਨਜ਼ਰ ਬਣੀ ਹੋਈ ਹੈ। ਇੱਕ ਬ੍ਰੇਕ ਦੇ ਲਈ ਰੁਕ ਰਹੇ ਹਾਂ, ਜਲਦੀ